This is a Red FM podcast. जंग तो खुद ही एक मसला है। जंग तो खुद ही एक मसला है। जंग क्या मसलों का हल देगी। साहिर लुधियानवी दियां ਇਹ ਸਤਰਾਂ ਸ਼ਾਇਦ ਤੁਰੀਆਂ ਫਿਰਦੀਆਂ ਤੁਹਾਡੇ ਕੋਲ ਵੀ ਪਹੁੰਚ ਗਈਆਂ ਹੋਣਗੀਆਂ। ਜੰਗ ਜਦ ਤੱਕ ਇਨਸਾਨ ਆਪਣੇ ਆਪ ਨਾਲ ਅੰਦਰ ਤੱਕ ਲੜਦਾ ਹੈ ਤਦ ਤੱਕ ਉਹ ਬਿਹਤਰ ਹੁੰਦਾ ਹੈ, ਤੇ ਜਦੋਂ ਇਹ ਜੰਗ ਬਾਹਰ ਆ ਜਾਂਦੀ ਹੈ, ਚਾਹੇ ਪਰਿਵਾਰ ਵਿੱਚ ਹੋਵੇ, ਚਾਹੇ ਸਮਾਜ ਵਿੱਚ ਹੋਵੇ, ਚਾਹੇ ਮੁਲਕਾਂ ਦਰਮਿਆਨ ਹੋਵੇ, ਤੇ ਸਭ ਤੋਂ ਪਹਿਲਾਂ ਮਨੁੱਖ ਦੀ ਮਨੁੱਖਤਾ ਦਾਅ ਤੇ ਲੱਗ ਜਾਂਦੀ ਹੈ। ਸਵੇਰ ਬਹੁਤ ਰੌਸ਼ਨ ਹੈ। ਪ੍ਰੋਗਰਾਮ ਰੌਸ਼ਨੀ ਵਿੱਚ ਬਹੁਤ-ਬਹੁਤ ਸਵਾਗਤ ਹੈ ਸਾਰੇ ਸਾਥੀਆਂ ਦਾ। ਮੈਨੂੰ ਪਤਾ ਹੈ ਕਿ ਅੱਜ ਸ਼ੁੱਕਰਵਾਰ ਹੈ ਤੇ ਦਿਲ ਇਹੀ ਕਰਦਾ ਹੁੰਦਾ ਹੈ ਕਿ ਕੋਈ ਹਲਕੀ ਫੁਲਕੀ ਗੱਲ ਕੀਤੀ ਜਾਏ, ਲੇਕਿਨ ਆਲਮ ਆਲੇ ਦੁਆਲੇ ਦਾ ਅਜਿਹਾ ਹੈ ਕਿ ਹਲਕੀ ਫੁਲਕੀ ਗੱਲ ਬਾਜ਼ ਦਫਾ ਸੁੱਝਦੀ ਨਹੀਂ। ਧਿਆਨ ਉਸ ਮਨੁੱਖੀ ਕੰਡੀਸ਼ਨ ਵੱਲ ਜਾਂਦਾ ਹੈ ਜਿਸ ਕੰਡੀਸ਼ਨ ਵਿੱਚ ਰੂਸ ਤੇ ਯੂਕਰੇਨ ਦੇ ਲੋਕੀ ਇਸ ਵੇਲੇ ਉਸ ਕੰਡੀਸ਼ਨ ਨੂੰ ਚੱਲ ਰਹੇ ਨੇ। ਨਾ ਸਿਰਫ ਇਹਨਾਂ ਦੋਹਾਂ ਮੁਲਕਾਂ ਦੇ, ਬਲਕਿ ਇਹਨਾਂ ਮੁਲਕਾਂ ਦੇ ਵਿੱਚ ਰਹਿਣ ਵਾਲੇ ਹੋਰ ਬਸ਼ਿੰਦੇ, ਜਿਨ੍ਹਾਂ ਵਿੱਚ ਭਾਰਤੀ ਵਿਦਿਆਰਥੀ ਨੇ, ਜਿਨ੍ਹਾਂ ਵਿੱਚ ਹੋਰ ਮੁਲਕਾਂ ਤੋਂ ਆ ਕੇ ਆਪਣੇ ਭਵਿੱਖ ਨੂੰ ਸਵਾਰਨ ਦੀ ਕੋਸ਼ਿਸ਼ ਕਰਦੇ ਨੌਜਵਾਨ ਨੇ। ਧਿਆਨ ਉਹਨਾਂ ਵੱਲ ਵੀ ਜਾਂਦਾ ਹੈ। ਬਦੋ ਬਦੀ ਧਿਆਨ ਤੁਹਾਡਾ ਉਸ ਪਾਸੇ ਜਾਣਾ ਹੀ ਜਾਣਾ ਹੈ। ਸਾਹਿਤ ਜੰਗ ਬਾਰੇ ਬਹੁਤ ਸਾਰਾ ਲਿਖਿਆ ਗਿਆ। ਕਹਾਣੀਆਂ, ਨਾਵਲ, ਪੰਜਾਬੀ ਵਿੱਚ ਵੀ ਤੇ ਪੰਜਾਬੀ ਤੋਂ ਇਲਾਵਾ ਬਾਕੀ ਜ਼ੁਬਾਨਾਂ ਵਿੱਚ ਵੀ ਖੂਬ ਰਚਿਆ ਗਿਆ। ਇਸ ਸਾਹਿਤ ਰਾਹੀਂ ਅਸੀਂ ਜੰਗ ਵਿੱਚ ਲੜਦੇ ਸਿਰਫ ਫੌਜੀਆਂ ਦੀ ਹੀ ਨਹੀਂ, ਬਲਕਿ ਉਹਨਾਂ ਦੇ ਆਲੇ ਦੁਆਲੇ ਵਿਚਰਦੇ ਮਨੁੱਖਾਂ ਦੀ ਤੇ ਜਾਨਵਰਾਂ ਦੀ ਹਾਲਤ ਵੀ ਦੇਖੀ ਹੈ। ਅੱਜ ਸਾਹਿਤ ਦਾ ਇੱਕ ਅਜਿਹਾ ਪੀਸ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਨਾਲ ਸਾਂਝਾ ਕਰਨਾ ਹੈ। ਅੱਜ ਦਾ ਪੂਰਾ ਸ਼ੋਅ ਆਇਨਾ ਹੀ ਰਹੇਗਾ। ਆਇਨਾ ਸਾਡੇ ਇਸ ਸਮਾਜ ਦਾ, 2022 ਦੇ ਸਮਾਜ ਦਾ। ਪਰ ਇਸ ਆਇਨੇ ਨੂੰ ਅਸੀਂ ਸਾਦਤ ਹਸਨ ਮੰਟੋ ਦੀ ਇੱਕ ਕਹਾਣੀ ਦੇ ਰਾਹੀਂ ਦੇਖਾਂਗੇ। ਮੰਟੋ, ਜਿਸ ਦਾ ਜਨਮ ਪੰਜਾਬ ਵਿੱਚ, ਭਾਰਤੀ ਪੰਜਾਬ ਵਿੱਚ ਸਮਰਾਲੇ ਲਾਗੇ ਹੋਇਆ। ਫਿਰ ਉਹ ਬਾਅਦ ਵਿੱਚ ਪਾਕਿਸਤਾਨ ਚਲੇ ਜਾਂਦੇ ਨੇ। 1912 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ 1955 ਵਿੱਚ ਉਹਨਾਂ ਦਾ ਦੇਹਾਂਤ ਵੀ ਹੋ ਗਿਆ ਸੀ। ਉਹਨਾਂ ਦੀਆਂ ਕਹਾਣੀਆਂ ਅਲੱਗ-ਅਲੱਗ ਫੋਰਮਸ ਤੋਂ ਤੁਸੀਂ ਸੁਣੀਆਂ ਪੜ੍ਹੀਆਂ ਹੋਣਗੀਆਂ। ਕੁਝ ਕਹਾਣੀਆਂ ਹਿਲਾ ਜਾਂਦੀਆਂ ਨੇ, ਤੁਹਾਨੂੰ ਤੰਗ ਕਰ ਜਾਂਦੀਆਂ ਨੇ, ਤੁਹਾਨੂੰ ਸ਼ੌਕ ਕਰ ਜਾਂਦੀਆਂ ਨੇ, ਤੇ ਕੁਝ ਕਹਾਣੀਆਂ ਇਉਂ ਲੱਗਦਾ ਕਿ ਉਹ ਆਪਣੇ ਸਮੇਂ ਤੋਂ ਬਹੁਤ ਪਹਿਲਾਂ ਲਿਖ ਗਏ। ਕੁਝ ਵੀ ਆਖੀਏ, ਮੰਟੋ ਦੀਆਂ ਕਹਾਣੀਆਂ ਐਵਰਗ੍ਰੀਨ ਨੇ। ਮੰਟੋ ਦੀਆਂ ਕਹਾਣੀਆਂ ਹਰ ਵੇਲੇ ਉੱਤੇ, ਹਰ ਸਮੇਂ ਉੱਤੇ, ਹਰ ਕਾਲ ਉੱਤੇ ਟੁੱਕਦੀਆਂ ਨੇ। ਮੇਰਾ ਇਹ ਮੰਨਣਾ ਹੈ ਕਿ ਚੰਗਾ ਲਿਖਾਰੀ ਵਿਜ਼ਨਰੀ ਹੁੰਦਾ। ਚੰਗਾ ਲਿਖਾਰੀ ਦੂਰ ਤੱਕ, ਭਵਿੱਖ ਤੱਕ ਦੇਖ ਸਕਦਾ ਜਾਂ ਦੇਖ ਸਕਦੀ ਹੁੰਦੀ ਹੈ। ਮੰਟੋ ਦੀ ਕਹਾਣੀ ਹੈ ਟੇਟਵਾਲ ਦਾ ਕੁੱਤਾ। ਸ਼ਾਇਦ ਤੁਸੀਂ ਪੜ੍ਹੀ ਹੋਵੇ। ਕਹਾਣੀ ਪੜ੍ਹਦੇ ਮੈਨੂੰ ਇਉਂ ਲੱਗਿਆ ਕਿ ਕਹਾਣੀ ਦੀ ਸੈਟਿੰਗ ਭਾਵੇਂ ਭਾਰਤ ਤੇ ਪਾਕਿਸਤਾਨ ਦੀ ਟੈਂਸ਼ਨ ਹੈ, ਪਰ ਇਹ ਕਿਸੇ ਵੀ ਸਰਹੱਦ ਦੀ ਟੈਂਸ਼ਨ ਹੋ ਸਕਦੀ ਸੀ। ਮੰਟੋ ਦੀ ਇਹ ਕਹਾਣੀ ਪ੍ਰੋਗਰਾਮ ਵਿੱਚ ਮੈਂ ਕੋਸ਼ਿਸ਼ ਕਰਦੀ ਹਾਂ ਕਿ ਇਹਦੇ ਨਾਲ ਜਿੰਨਾ ਇਨਸਾਫ ਕਰ ਸਕਾਂ ਸੁਣਾਉਣ ਵਿੱਚ ਕਰ ਸਕਾਂ।
ਜ਼ਰੂਰ ਮੈਂ ਕਰਨ ਦੀ ਕੋਸ਼ਿਸ਼ ਕਰਾਂਗੀ। ਸਾਦਤ ਹਸਨ ਮੰਟੋ ਦੀ ਕਹਾਣੀ ਟੇਟਵਾਲ ਦਾ ਕੁੱਤਾ। ਕਈ ਦਿਨਾਂ ਤੋਂ ਦੋਹਾਂ ਦੇਸ਼ਾਂ ਦੀਆਂ ਫੌਜਾਂ ਆਪਣੇ ਆਪਣੇ ਮੋਰਚਿਆਂ ਵਿੱਚ ਡਟੀਆਂ ਹੋਈਆਂ ਸਨ। ਦਿਨ ਵਿੱਚ ਉੱਧਰੋਂ ਤੇ ਇੱਧਰੋਂ 10-12 ਫਾਇਰ ਹੋ ਜਾਂਦੇ ਸਨ, ਜਿਨ੍ਹਾਂ ਨਾਲ ਕੋਈ ਮਨੁੱਖੀ ਚੀਕ ਬੁਲੰਦ ਨਹੀਂ ਸੀ ਹੁੰਦੀ। ਮੌਸਮ ਬੜਾ ਸੁਹਾਵਣਾ ਸੀ। ਪੰਛੀ ਚਹਿਕ ਰਹੇ ਸਨ, ਫੁੱਲ ਉਸੇ ਤਰ੍ਹਾਂ ਖਿੜ ਰਹੇ ਸਨ। ਸਤੰਬਰ ਦਾ ਅੰਤ ਅਕਤੂਬਰ ਦੇ ਆਰੰਭ ਨਾਲ ਬੜੇ ਗੁਲਾਬੀ ਅੰਦਾਜ਼ 'ਚ ਗਲੇ ਮਿਲ ਰਿਹਾ ਸੀ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਸਰਦੀ ਤੇ ਗਰਮੀ ਦੇ ਮੌਸਮ ਵਿੱਚ ਸੁਲ੍ਹਾ ਸਫਾਈ ਹੋ ਰਹੀ ਹੈ। ਪਹਾੜੀ ਮੋਰਚਿਆਂ 'ਚ ਦੋਹਾਂ ਪਾਸਿਆਂ ਦੇ ਸਿਪਾਹੀ ਕਈ ਦਿਨਾਂ ਤੋਂ ਬੜੀ ਕੋਫਤ ਮਹਿਸੂਸ ਕਰ ਰਹੇ ਸਨ ਕਿ ਕੋਈ ਨਿਰਣਾਇਕ ਗੱਲ ਹੋਂਦ ਵਿੱਚ ਕਿਉਂ ਨਹੀਂ ਆਉਂਦੀ। ਸਿਪਾਹੀ ਪਥਰੀਲੀ ਜ਼ਮੀਨ ਉੱਤੇ ਪੁੱਠੇ ਸਿੱਧੇ ਲੇਟੇ ਰਹਿੰਦੇ ਸਨ ਤੇ ਜਦੋਂ ਹੁਕਮ ਮਿਲਦਾ ਸੀ 1-2 ਫਾਇਰ ਕਰ ਦਿੰਦੇ ਸਨ। ਗੋਲੀਆਂ ਪੂਰੀ ਰਫ਼ਤਾਰ ਨਾਲ ਆਉਂਦੀਆਂ ਸਨ ਤੇ ਪੱਥਰਾਂ ਦੀ ਢਾਲ ਨਾਲ ਟਕਰਾਉਂਦੀਆਂ ਸਨ। ਦੋਵੇਂ ਪਹਾੜੀਆਂ ਜਿਨ੍ਹਾਂ ਉੱਤੇ ਮੋਰਚੇ ਸਨ ਇੱਕੋ ਜਿੰਨੀਆਂ ਉੱਚੀਆਂ ਸਨ। ਵਿਚਕਾਰ ਇੱਕ ਹਰੀ ਭਰੀ ਘਾਟੀ ਸੀ ਜਿਸ ਦੀ ਛਾਤੀ ਉੱਤੇ ਇੱਕ ਨਾਲਾ ਮੋਟੇ ਸੱਪ ਵਾਂਗ ਟੁਰਦਾ ਸੀ। ਹਵਾਈ ਜਹਾਜ਼ਾਂ ਦਾ ਕੋਈ ਖਤਰਾ ਨਹੀਂ ਸੀ। ਤੋਪਾਂ ਦੋਹਾਂ ਕੋਲ ਨਹੀਂ ਸਨ, ਇਸ ਲਈ ਦੁਵੱਲੀ ਨਿਡਰਤਾ ਨਾਲ ਅੱਗ ਬਾਲੀ ਜਾਂਦੀ ਸੀ। ਰਾਤ ਨੂੰ ਬਿਲਕੁਲ ਚੁੱਪ-ਚਾਂ ਹੁੰਦੀ ਸੀ, ਇਸ ਲਈ ਦੋਹਾਂ ਮੋਰਚਿਆਂ ਦੇ ਸਿਪਾਹੀਆਂ ਨੂੰ ਇੱਕ ਦੂਜੇ ਦੀ ਗੱਲ ਤੇ ਹੱਸਣ ਦੀ ਆਵਾਜ਼ ਵੀ ਸੁਣ ਪੈਂਦੀ ਸੀ। ਕਦੀ-ਕਦੀ ਕੋਈ ਸਿਪਾਹੀ ਰੌਂ ਵਿੱਚ ਆ ਕੇ ਗਾਉਣ ਲੱਗਦਾ ਸੀ ਤੇ ਉਸ ਦੀ ਆਵਾਜ਼ ਰਾਤ ਦੀ ਖਾਮੋਸ਼ੀ ਨੂੰ ਜਗਾ ਦਿੰਦੀ ਸੀ। ਚਾਹ ਦਾ ਦੌਰ ਖਤਮ ਹੋ ਚੁੱਕਾ ਸੀ। ਪੱਥਰ ਦੇ ਚੁੱਲ੍ਹੇ ਵਿੱਚ ਕੋਲੇ ਬੁਝ ਚੁੱਕੇ ਸਨ। ਸਭ ਕੰਬਲ ਤਾਣ ਕੇ ਸੌਂ ਰਹੇ ਸਨ, ਪਰ ਕੁਝ ਇਸ ਤਰ੍ਹਾਂ ਕਿ ਮਾੜੇ ਜਿਹੇ ਇਸ਼ਾਰੇ ਨਾਲ ਉੱਠ ਕੇ ਲੜਨ ਮਰਨ ਲਈ ਤਿਆਰ ਹੋ ਸਕਦੇ ਸਨ। ਜਮਾਦਾਰ ਹਰਨਾਮ ਸਿੰਘ ਆਪ ਪਹਿਰੇ ਤੇ ਸੀ। ਉਹਦੀ ਘੜੀ ਵਿੱਚ 2 ਵਜੇ ਤੇ ਉਹਨੇ ਗੰਡਾ ਸਿੰਘ ਨੂੰ ਜਗਾਇਆ ਤੇ ਪਹਿਰੇ ਤੇ ਲਾ ਦਿੱਤਾ। ਉਹਦਾ ਜੀ ਚਾਹੁੰਦਾ ਸੀ ਕਿ ਸੌਂ ਜਾਏ, ਪਰ ਜਦੋਂ ਲੇਟਿਆ ਤੇ ਅੱਖਾਂ 'ਚੋਂ ਨੀਂਦਰ ਇੰਨੀ ਦੂਰ ਸੀ ਜਿੰਨੇ ਅਸਮਾਨ ਦੇ ਤਾਰੇ। ਜਮਾਦਾਰ ਸਿੱਧਾ ਲੇਟਿਆ ਤਾਰਿਆਂ ਵੱਲ ਵੇਖਦਾ ਰਿਹਾ ਤੇ ਗਾਉਣ ਲੱਗਾ, ਜੁੱਤੀ ਲੈਣੀ ਆ ਸਿਤਾਰਿਆਂ ਵਾਲੀ, ਸਿਤਾਰਿਆਂ ਵਾਲੀ ਵੇ ਹਰਨਾਮ ਸਿੰਘ ਹੋ ਯਾਰਾ, ਭਾਵੇਂ ਤੇਰੀ ਮੈਂ ਵਿਕ ਜਾਏ। ਤੇ ਹਰਨਾਮ ਸਿੰਘ ਨੂੰ ਅਸਮਾਨ ਵਿੱਚ ਹਰ ਪਾਸੇ ਸਿਤਾਰਿਆਂ ਵਾਲੀਆਂ ਜੁੱਤੀਆਂ ਨਜ਼ਰ ਆਈਆਂ। ਜੁੱਤੀ ਲੈ ਦੂੰ ਸਿਤਾਰਿਆਂ ਵਾਲੀ ਨੀ ਹਰਨਾਮ ਕੁਰੇ, ਹੋ ਨਾਰੇ ਭਾਵੇਂ ਮੇਰੀ ਮੈਂ ਵਿਕ ਜਾਏ। ਇਹ ਗਾ ਕੇ ਉਹ ਹੱਸਿਆ। ਫਿਰ ਇਹ ਸੋਚ ਕੇ ਕਿ ਨੀਂਦਰ ਨਹੀਂ ਆਉਣੀ, ਉਹਨੇ ਉੱਠ ਕੇ ਸਾਰਿਆਂ ਨੂੰ ਜਗਾ ਦਿੱਤਾ। ਨਾਰ ਦੇ ਜ਼ਿਕਰ ਨੇ ਉਹਦੇ ਦਿਮਾਗ ਵਿੱਚ ਹਲਚਲ ਮਚਾ ਦਿੱਤੀ ਸੀ। ਉਹ ਚਾਹੁੰਦਾ ਸੀ ਕਿ ਊਟ ਪਟਾਂਗ ਗੱਲਾਂ ਹੋਣ ਜਿਨ੍ਹਾਂ ਨਾਲ ਇਸ ਬੋਲੀ ਦੀ ਹਰਨਾਮ ਕੌਰੀ ਸਥਿਤੀ ਪੈਦਾ ਹੋ ਜਾਵੇ। ਖੈਰ, ਗੱਲਾਂ ਸ਼ੁਰੂ ਹੋਈਆਂ, ਪਰ ਬੇਸਵਾਦੀਆਂ। ਬੰਤਾ ਸਿੰਘ, ਜੋ ਇਹਨਾਂ ਵਿੱਚੋਂ ਸਭ ਤੋਂ ਘੱਟ ਉਮਰ ਦਾ ਸੀ ਤੇ ਜਿਸ ਦੀ ਆਵਾਜ਼ ਬੜੀ ਸੁਰੀਲੀ ਸੀ, ਇੱਕ ਪਾਸੇ ਹਟ ਕੇ ਬਹਿ ਗਿਆ। ਬਾਕੀ ਜਣੇ ਗੱਲਾਂ ਕਰਦੇ ਰਹੇ। ਕੁਝ ਚਿਰ ਪਿੱਛੋਂ ਬੰਤਾ ਸਿੰਘ ਨੇ ਇੱਕਦਮ ਪੁਰਸੋਜ਼ ਆਵਾਜ਼ 'ਚ ਹੀਰ ਗਾਉਣੀ ਸ਼ੁਰੂ ਕਰ ਦਿੱਤੀ। ਹੀਰ ਆਖਦੀ ਜੋਗੀਆ ਝੂਠ ਬੋਲੇ। ਬੰਤਾ ਸਿੰਘ ਨੇ ਜਿਸ ਤਰ੍ਹਾਂ ਇੱਕਦਮ ਗਾਉਣਾ ਸ਼ੁਰੂ ਕੀਤਾ ਸੀ, ਉਸੇ ਤਰ੍ਹਾਂ ਇੱਕਦਮ ਚੁੱਪ ਹੋ ਗਿਆ। ਜਮਾਦਾਰ ਹਰਨਾਮ ਸਿੰਘ ਨੇ ਕਿਸੇ ਅਣਦਿਸਦੀ ਸ਼ੈ ਨੂੰ ਮੋਟੀ ਸਾਰੀ ਗਾਲ ਕੱਢੀ ਤੇ ਲੇਟ ਗਿਆ। ਅਚਾਨਕ ਰਾਤ ਦੇ ਅਖੀਰਲੇ ਪਹਿਰ ਦੇ ਇਸ ਉਦਾਸ ਵਾਤਾਵਰਣ ਵਿੱਚ ਕੁੱਤੇ ਦੇ ਭੌਂਕਣ ਦੀ ਆਵਾਜ਼ ਗੂੰਜੀ। ਸਭ ਚੁਕੰਨੇ ਹੋ ਗਏ। ਆਵਾਜ਼ ਨੇੜਿਓਂ ਆਈ ਸੀ। ਹਰਨਾਮ ਸਿੰਘ ਨੇ ਬਹਿ ਕੇ ਆਖਿਆ, ਇਹ ਕਿੱਥੋਂ ਆ ਗਿਆ ਭੌਂਕੂ? ਕੁੱਤਾ ਫਿਰ ਭੌਂਕਿਆ
ਹੁਣ ਉਸ ਦੀ ਆਵਾਜ਼ ਹੋਰ ਵੀ ਨੇੜਿਓਂ ਆਈ ਸੀ। ਕੁਝ ਪਲਾਂ ਪਿੱਛੋਂ ਝਾੜੀਆਂ 'ਚ ਖੜਕਾ ਹੋਇਆ। ਬੰਤਾ ਸਿੰਘ ਉੱਠਿਆ ਤੇ ਝਾੜੀਆਂ ਵੱਲ ਵਧਿਆ। ਜਦੋਂ ਮੁੜ ਕੇ ਆਇਆ ਤੇ ਉਹਦੇ ਨਾਲ ਇੱਕ ਆਵਾਰਾ ਜਿਹਾ ਕੁੱਤਾ ਸੀ ਜਿਸ ਦੀ ਪੂਛ ਹਿੱਲ ਰਹੀ ਸੀ। ਉਹ ਮੁਸਕਰਾਇਆ। ਜਮਾਦਾਰ ਸਾਹਿਬ, ਮੈਂ ਹੂ ਕਮਜ਼ ਇੱਧਰ ਬੋਲਿਆ ਤੇ ਕਹਿਣ ਲੱਗਾ, ਮੈਂ ਹਾਂ ਚੱਪੜ ਝੁਣ ਝੁਣ। ਸਾਰੇ ਹੱਸਣ ਲੱਗੇ। ਜਮਾਦਾਰ ਹਰਨਾਮ ਸਿੰਘ ਨੇ ਕੁੱਤੇ ਨੂੰ ਪੁਚਕਾਰਿਆ, ਇੱਧਰ ਆ ਓਏ ਚੱਪੜ ਝੁਣ ਝੁਣ। ਕੁੱਤਾ ਪੂਛ ਹਿਲਾਉਂਦਾ ਹੋਇਆ ਹਰਨਾਮ ਸਿੰਘ ਦੇ ਕੋਲ ਆ ਗਿਆ ਤੇ ਇਹ ਸਮਝ ਕੇ ਕਿ ਸ਼ਾਇਦ ਕੋਈ ਖਾਣ ਵਾਲੀ ਸ਼ੈ ਸੁੱਟੀ ਹੈ, ਜ਼ਮੀਨ ਦੇ ਪੱਥਰ ਸੁੰਘਣ ਲੱਗਾ। ਜਮਾਦਾਰ ਹਰਨਾਮ ਸਿੰਘ ਨੇ ਥੈਲਾ ਖੋਲ ਕੇ ਇੱਕ ਬਿਸਕੁਟ ਕੱਢਿਆ ਤੇ ਕੁੱਤੇ ਵੱਲ ਸੁੱਟਿਆ। ਕੁੱਤੇ ਨੇ ਉਹਨੂੰ ਸੁੰਘ ਕੇ ਮੂੰਹ ਖੋਲ੍ਹਿਆ, ਪਰ ਹਰਨਾਮ ਸਿੰਘ ਨੇ ਛੇਤੀ ਨਾਲ ਉਹਨੂੰ ਚੁੱਕ ਲਿਆ। ਠਹਿਰ, ਕਿਧਰੇ ਪਾਕਿਸਤਾਨੀ ਤਾਂ ਨਹੀਂ? ਸਭ ਜਣੇ ਹੱਸ ਪਏ। ਸਰਦਾਰ ਬੰਤਾ ਸਿੰਘ ਨੇ ਅੱਗੇ ਹੋ ਕੇ ਕੁੱਤੇ ਦੀ ਪਿੱਠ ਉੱਤੇ ਹੱਥ ਫੇਰਿਆ ਤੇ ਜਮਾਦਾਰ ਹਰਨਾਮ ਸਿੰਘ ਨੂੰ ਕਿਹਾ, ਨਹੀਂ ਜਮਾਦਾਰ, ਚੱਪੜ ਚੁਣ ਚੁਣ ਹਿੰਦੁਸਤਾਨੀ ਹੈ। ਜਮਾਦਾਰ ਹਰਨਾਮ ਸਿੰਘ ਨੇ ਹੱਸ ਕੇ ਕੁੱਤੇ ਨੂੰ ਸੰਬੋਧਨ ਕਰਕੇ ਕਿਹਾ, ਨਿਸ਼ਾਨੀ ਦਿਖਾ ਓਏ। ਕੁੱਤਾ ਪੂਛਲ ਹਿਲਾਉਣ ਲੱਗਾ। ਹਰਨਾਮ ਸਿੰਘ ਜ਼ਰਾ ਖੁੱਲ੍ਹ ਕੇ ਹੱਸਿਆ। ਇਹ ਕੋਈ ਨਿਸ਼ਾਨੀ ਨਹੀਂ, ਪੂਛਲ ਤਾਂ ਸਾਰੇ ਕੁੱਤੇ ਹਿਲਾਉਂਦੇ ਨੇ। ਬੰਤਾ ਸਿੰਘ ਨੇ ਕੁੱਤੇ ਦੀ ਕੰਬਦੀ ਹੋਈ ਪੂਛਲ ਫੜ ਲਈ। ਸ਼ਰਨਾਰਥੀ ਹੈ ਵਿਚਾਰਾ। ਜਮਾਦਾਰ ਹਰਨਾਮ ਸਿੰਘ ਨੇ ਬਿਸਕੁਟ ਸੁੱਟਿਆ ਜੋ ਕੁੱਤੇ ਨੇ ਝੱਟ ਬੋਚ ਲਿਆ। ਇੱਕ ਜਵਾਨ ਨੇ ਆਪਣੇ ਬੂਟ ਦੀ ਅੱਡੀ ਨਾਲ ਜ਼ਮੀਨ ਖੁਰਚਦਿਆਂ ਕਿਹਾ, ਹੁਣ ਕੁੱਤਿਆਂ ਨੂੰ ਵੀ ਜਾਂ ਹਿੰਦੁਸਤਾਨੀ ਹੋਣਾ ਪਵੇਗਾ ਜਾਂ ਪਾਕਿਸਤਾਨੀ। ਜਮਾਦਾਰ ਨੇ ਥੈਲੇ ਚੋਂ ਇੱਕ ਹੋਰ ਬਿਸਕੁਟ ਕੱਢ ਕੇ ਸੁੱਟਿਆ। ਪਾਕਿਸਤਾਨੀਆਂ ਵਾਂਗ ਕੁੱਤੇ ਵੀ ਗੋਲੀ ਨਾਲ ਉਡਾ ਦਿੱਤੇ ਜਾਣਗੇ। ਇੱਕ ਨੇ ਜ਼ੋਰ ਨਾਲ ਨਾਰਾ ਮਾਰਿਆ, ਹਿੰਦੁਸਤਾਨ ਜ਼ਿੰਦਾਬਾਦ। ਕੁੱਤਾ ਜੋ ਬਿਸਕੁਟ ਚੁੱਕਣ ਲਈ ਅੱਗੇ ਵਧਿਆ ਸੀ, ਡਰ ਕੇ ਪਿੱਛੇ ਹਟ ਗਿਆ। ਉਹਦੀ ਪੂਛਲ ਲੱਤਾਂ ਵਿੱਚ ਵੜ ਗਈ। ਹਰਨਾਮ ਸਿੰਘ ਹੱਸਿਆ, ਆਪਣੇ ਨਾਰਿਆਂ ਤੋਂ ਕਿਉਂ ਡਰਦਾ ਹੈ ਚੱਪੜ ਚੁਣ ਚੁਣ, ਖਾ ਲੈ ਇੱਕ ਹੋਰ। ਉਹਨੇ ਇੱਕ ਬਿਸਕੁਟ ਉਹਨੂੰ ਹੋਰ ਦੇ ਦਿੱਤਾ। ਗੱਲਾਂ ਵਿੱਚ ਸਵੇਰ ਹੋ ਗਈ। ਵੇਖਦਿਆਂ ਵੇਖਦਿਆਂ ਸੂਰਜ ਦੀਆਂ ਕਿਰਨਾਂ ਉਸ ਪਹਾੜੀ ਇਲਾਕੇ ਵਿੱਚ ਫੈਲ ਗਈਆਂ ਜਿਸ ਦਾ ਨਾਂ ਟੇਟਵਾਲ ਸੀ। ਇਸ ਇਲਾਕੇ ਵਿੱਚ ਕਾਫੀ ਚਿਰ ਤੋਂ ਲੜਾਈ ਹੋ ਰਹੀ ਸੀ। ਇੱਕ ਪਹਾੜੀ ਲਈ ਦਰਜਨਾਂ ਜਵਾਨਾਂ ਦੀਆਂ ਜਾਨਾਂ ਜਾਂਦੀਆਂ ਸਨ, ਪਰ ਫਿਰ ਵੀ ਕਬਜ਼ਾ ਬੇਯਕੀਨੀ ਹੁੰਦਾ ਸੀ। ਅੱਜ ਇਹ ਪਹਾੜੀ ਉਹਨਾਂ ਕੋਲ ਹੈ, ਕੱਲ ਦੁਸ਼ਮਣ ਕੋਲ, ਪਰਸੋਂ ਫੇਰ ਉਹਨਾਂ ਦੇ ਕਬਜ਼ੇ ਵਿੱਚ। ਇਸ ਤੋਂ ਦੂਜੇ ਦਿਨ ਉਹ ਫਿਰ ਦੂਜਿਆਂ ਕੋਲ ਚਲੀ ਜਾਂਦੀ ਸੀ। ਹਰਨਾਮ ਸਿੰਘ ਨੇ ਦੂਰਬੀਨ ਲਾ ਕੇ ਆਲੇ ਦੁਆਲੇ ਦਾ ਜਾਇਜ਼ਾ ਲਿਆ। ਸਾਹਮਣੇ ਪਹਾੜੀ ਚੋਂ ਧੂੰਆਂ ਨਿਕਲ ਰਿਹਾ ਸੀ। ਇਸ ਦਾ ਮਤਲਬ ਸੀ ਚਾਹ ਆਦਿ ਤਿਆਰ ਹੋ ਰਹੀ ਸੀ। ਇੱਧਰ ਵੀ ਨਾਸ਼ਤੇ ਦੀ ਫਿਕਰ ਹੋ ਰਹੀ ਸੀ, ਅੱਗ ਬਾਲੀ ਜਾ ਰਹੀ ਸੀ। ਉੱਧਰ ਵਾਲਿਆਂ ਨੂੰ ਵੀ ਇੱਧਰ ਦਾ ਧੂੰਆਂ ਦਿਸਦਾ ਹੋਏਗਾ। ਨਾਸ਼ਤੇ ਵੇਲੇ ਸਾਰਿਆਂ ਜਵਾਨਾਂ ਦੇ ਭੋਜਨ ਵਿੱਚੋਂ ਥੋੜਾ ਥੋੜਾ ਕੁੱਤੇ ਨੂੰ ਦਿੱਤਾ ਗਿਆ, ਜੋ ਉਸਨੇ ਢਿੱਡ ਭਰ ਕੇ ਖਾਧਾ। ਸਾਰੇ ਉਸ ਵਿੱਚ ਦਿਲਚਸਪੀ ਲੈ ਰਹੇ ਸਨ। ਹਰ ਕੋਈ ਉਹਨੂੰ ਚੱਪੜ ਚੁਣ ਚੁਣ ਦੇ ਨਾਂ ਨਾਲ ਬੁਲਾਉਂਦਾ ਤੇ ਪਿਆਰ ਕਰਦਾ। ਸ਼ਾਮ ਵੇਲੇ ਦੂਜੇ ਪਾਸੇ ਪਾਕਿਸਤਾਨੀ ਮੋਰਚੇ ਵਿੱਚ ਸੂਬੇਦਾਰ ਹਿੰਮਤ ਖਾਂ ਆਪਣੀਆਂ ਵੱਡੀਆਂ ਵੱਡੀਆਂ ਮੁੱਛਾਂ ਨੂੰ, ਜਿਨ੍ਹਾਂ ਨਾਲ ਕਈ ਕਹਾਣੀਆਂ ਜੁੜੀਆਂ ਹੋਈਆਂ ਸਨ, ਮਰੋੜੇ ਦੇ ਕੇ ਟੇਟਵਾਲ ਦੇ ਨਕਸ਼ੇ ਦੀ ਬੜੇ ਧਿਆਨ ਨਾਲ ਸਟੱਡੀ ਕਰ ਰਿਹਾ ਸੀ। ਉਸ ਦੇ ਕੋਲ ਵਾਇਰਲੈਸ ਆਪਰੇਟਰ ਬੈਠਾ ਸੀ। ਉਹ ਸੂਬੇਦਾਰ ਲਈ ਪਲਟੂਨ ਕਮਾਂਡਰ ਤੋਂ ਹਦਾਇਤ ਹਾਸਲ ਕਰ ਰਿਹਾ ਸੀ। ਕੁਝ ਦੂਰ ਇੱਕ ਪੱਥਰ ਨਾਲ ਢੋ ਲਾਈ ਆਪਣੀ ਬੰਦੂਕ ਫੜੀ ਬਸ਼ੀਰਾ ਹੌਲੀ ਹੌਲੀ ਗਾ ਰਿਹਾ ਸੀ, ਚੰਨ ਕਿੱਥੇ ਗਵਾਈ ਆਈ ਰਾਤ ਵੇ, ਚੰਨ ਕਿੱਥੇ। ਬਸ਼ੀਰੇ ਨੇ ਮਸਤੀ 'ਚ ਆ ਕੇ ਆਵਾਜ਼ ਜ਼ਰਾ ਉੱਚੀ ਕੀਤੀ ਤਾਂ ਸੂਬੇਦਾਰ ਹਿੰਮਤ ਖਾਂ ਕੜਕ ਕੇ ਬੋਲਿਆ, ਓਏ ਕਿੱਥੇ ਰਿਹਾ ਸਾਰੀ ਰਾਤ? ਬਸ਼ੀਰ ਨੇ ਸਵਾਲੀਆ ਨਜ਼ਰਾਂ ਨਾਲ ਹਿੰਮਤ ਖਾਂ ਨੂੰ ਵੇਖਣਾ ਸ਼ੁਰੂ ਕੀਤਾ, ਜੋ ਬਸ਼ੀਰ ਦੀ ਬਜਾਏ
ਕਿਸੇ ਹੋਰ ਨੂੰ ਸੰਬੋਧਨ ਕਰ ਰਿਹਾ ਸੀ। ਦੱਸ ਓਏ। ਬਸ਼ੀਰ ਨੇ ਵੇਖਿਆ ਕੁਝ ਦੂਰ ਆਵਾਰਾ ਕੁੱਤਾ ਬੈਠਾ ਸੀ, ਜੋ ਕੁਝ ਦਿਨ ਹੋਏ ਉਹਨਾਂ ਦੇ ਮੋਰਚੇ ਵਿੱਚ ਬਿਨ ਬੁਲਾਏ ਪ੍ਰਾਹੁਣੇ ਵਾਂਗ ਆਇਆ ਸੀ ਤੇ ਉੱਥੇ ਹੀ ਟਿਕ ਗਿਆ ਸੀ। ਬਸ਼ੀਰ ਹੱਸਿਆ ਤੇ ਕੁੱਤੇ ਨੂੰ ਮੁਖਾਤਬ ਹੋ ਕੇ ਬੋਲਿਆ, ਚੰਨ ਕਿੱਥੇ ਗਵਾਈ ਆਈ ਰਾਤ ਵੇ। ਕੁੱਤੇ ਨੇ ਜ਼ੋਰ ਨਾਲ ਪੂਛ ਹਿਲਾਈ। ਸੂਬੇਦਾਰ ਹਿੰਮਤ ਖਾਂ ਨੇ ਇੱਕ ਰੋੜਾ ਚੁੱਕ ਕੇ ਕੁੱਤੇ ਵੱਲ ਸੁੱਟਿਆ। ਸਾਲੇ ਨੂੰ ਪੂਛਲ ਹਿਲਾਉਣ ਤੋਂ ਸਿਵਾ ਹੋਰ ਕੁਝ ਨਹੀਂ ਆਉਂਦਾ। ਬਸ਼ੀਰ ਨੇ ਇੱਕਦਮ ਕੁੱਤੇ ਵੱਲ ਧਿਆਨ ਨਾਲ ਵੇਖਿਆ। ਇਸ ਦੀ ਧੌਣ ਵਿੱਚ ਕੀ ਹੈ? ਇਹ ਕਹਿ ਕੇ ਉੱਠਿਆ, ਪਰ ਉਸ ਤੋਂ ਪਹਿਲਾਂ ਹੀ ਇੱਕ ਹੋਰ ਜਵਾਨ ਨੇ ਕੁੱਤੇ ਨੂੰ ਫੜ ਕੇ ਉਸ ਦੀ ਗਰਦਨ ਨਾਲ ਬੱਧੀ ਹੋਈ ਰੱਸੀ ਲਾਹੀ। ਉਸ ਵਿੱਚ ਗੱਤੇ ਦਾ ਇੱਕ ਟੁਕੜਾ ਪਰੋਇਆ ਹੋਇਆ ਸੀ। ਸੂਬੇਦਾਰ ਨੇ ਇਹ ਟੁਕੜਾ ਲਿਆ ਤੇ ਆਪਣੇ ਜਵਾਨਾਂ ਨੂੰ ਪੁੱਛਿਆ, ਲੰਡੇ ਨੇ, ਤੁਹਾਡੇ ਚੋਂ ਕੋਈ ਜਾਣਦਾ ਪੜ੍ਹਨਾ? ਬਸ਼ੀਰ ਨੇ ਅੱਗੇ ਹੋ ਕੇ ਗੱਤੇ ਦਾ ਟੁਕੜਾ ਲਿਆ। ਹਾਂ, ਕੁਝ ਪੜ੍ਹ ਲੈਣਾ ਵਾ। ਤੇ ਉਹਨੇ ਬੜੀ ਮੁਸ਼ਕਲ ਨਾਲ ਅੱਖਰ ਜੋੜ ਕੇ ਇਹ ਪੜ੍ਹਿਆ, ਚੱਪ ਚੱਪੜ ਝਣ ਝਣ ਚੱਪੜ ਝਣ ਝੁਣ ਚੱਪੜ ਝੁਣ ਝਣ। ਇਹ ਕੀ ਹੋਇਆ? ਸੂਬੇਦਾਰ ਹਿੰਮਤ ਖਾਂ ਨੇ ਆਪਣੀਆਂ ਇਤਿਹਾਸਕ ਮੁੱਛਾਂ ਨੂੰ ਜ਼ਬਰਦਸਤ ਮਰੋੜਾ ਦਿੱਤਾ। ਕੋਡ ਵਰਡ ਹੋਣਾ ਹੈ ਕੋਈ। ਫਿਰ ਉਹਨੇ ਬਸ਼ੀਰ ਤੋਂ ਪੁੱਛਿਆ, ਕੁਝ ਹੋਰ ਲਿਖਿਆ ਬਸ਼ੀਰੇ? ਬਸ਼ੀਰ ਨੇ ਜੋ ਅੱਖਰ ਪਛਾਣਨ ਵਿੱਚ ਰੁੱਝਿਆ ਸੀ ਜਵਾਬ ਦਿੱਤਾ, ਜੀ ਹਾਂ, ਇਹ ਹਿੰਦੁਸਤਾਨੀ ਕੁੱਤਾ ਹੈ। ਸੂਬੇਦਾਰ ਹਿੰਮਤ ਖਾਂ ਨੇ ਸੋਚਣਾ ਸ਼ੁਰੂ ਕੀਤਾ, ਮਤਲਬ ਕੀ ਹੋਇਆ ਇਸ ਦਾ? ਕੀ ਪੜਿਆ ਤੂੰ? ਚੱਪੜ। ਬਸ਼ੀਰ ਨੇ ਕਿਹਾ, ਚੱਪੜ ਝੁਣ ਝੁਣ। ਇੱਕ ਜਵਾਨ ਨੇ ਬੜੀ ਬੁੱਧੀਮੱਤਾ ਦੇ ਅੰਦਾਜ਼ 'ਚ ਕਿਹਾ, ਜੋ ਵੀ ਗੱਲ ਹੈ ਇਸੇ ਵਿੱਚ ਹੈ। ਸੂਬੇਦਾਰ ਨੂੰ ਇਹ ਗੱਲ ਠੀਕ ਜਾਪੀ। ਹਾਂ, ਕੁਝ ਅਜਿਹਾ ਹੀ ਜਾਪਦਾ ਹੈ। ਬਸ਼ੀਰ ਨੇ ਗੱਤੇ ਉੱਤੇ ਲਿਖੇ ਪੂਰੇ ਵਾਕ ਨੂੰ ਪੜ੍ਹਿਆ, ਚੱਪੜ ਝੁਣ ਝੁਣ, ਇਹ ਹਿੰਦੁਸਤਾਨੀ ਕੁੱਤਾ ਹੈ। ਸੂਬੇਦਾਰ ਹਿੰਮਤ ਖਾਂ ਨੇ ਵਾਇਰਲੈਸ ਸੈੱਟ ਲਿਆ ਤੇ ਕੰਨਾਂ ਤੇ ਹੈੱਡਫੋਨ ਰੱਖ ਕੇ ਪਲਟੂਨ ਦੇ ਕਮਾਂਡਰ ਨਾਲ ਆਪ ਇਸ ਕੁੱਤੇ ਦੇ ਬਾਰੇ ਗੱਲ ਕੀਤੀ। ਉਹ ਕਿਵੇਂ ਆਇਆ ਸੀ, ਕਿਸ ਤਰ੍ਹਾਂ ਉਹਨਾਂ ਕੋਲ ਕਈ ਦਿਨ ਰਿਹਾ, ਫਿਰ ਅਚਾਨਕ ਗਾਇਬ ਹੋ ਗਿਆ ਤੇ ਸਾਰੀ ਰਾਤ ਗਾਇਬ ਰਿਹਾ। ਹੁਣ ਆਇਆ ਤੇ ਉਸ ਦੇ ਗਲ ਵਿੱਚ ਰੱਸੀ ਨਜ਼ਰ ਆਈ ਜਿਸ ਵਿੱਚ ਗੱਤੇ ਦਾ ਇੱਕ ਟੁਕੜਾ ਸੀ। ਉਸ ਉੱਤੇ ਜੋ ਵਾਕ ਲਿਖਿਆ ਹੋਇਆ ਸੀ ਉਹ ਉਸਨੇ 3-4 ਵਾਰੀ ਦੁਹਰਾ ਕੇ ਪਲਟੂਨ ਕਮਾਂਡਰ ਨੂੰ ਸੁਣਾਇਆ, ਪਰ ਕੋਈ ਨਤੀਜਾ ਨਾ ਨਿਕਲਿਆ। ਬਸ਼ੀਰ ਕੁੱਤੇ ਕੋਲ ਬਹਿ ਕੇ ਉਹਨੂੰ ਕਦੀ ਪੁਚਕਾਰ ਕੇ ਕਦੀ ਡਰਾ ਕੇ ਪੁੱਛਦਾ ਰਿਹਾ ਕਿ ਉਹ ਰਾਤੀ ਕਿੱਥੇ ਗਾਇਬ ਹੋ ਗਿਆ ਸੀ, ਪਰ ਕੋਈ ਮੁਨਾਸਬ ਜਵਾਬ ਨਾ ਮਿਲਿਆ। ਉਹ ਜੋ ਵੀ ਸਵਾਲ ਕਰਦਾ ਉਸਦੇ ਜਵਾਬ ਵਿੱਚ ਕੁੱਤਾ ਆਪਣੀ ਪੂਛਲ ਹਿਲਾ ਦਿੰਦਾ। ਅਖੀਰ ਗੁੱਸੇ ਨਾਲ ਬਸ਼ੀਰ ਨੇ ਕੁੱਤੇ ਨੂੰ ਹਿਲਾਉਣਾ ਦਿੱਤਾ। ਕੁੱਤਾ ਚੌਂ ਚੌਂ ਕਰਨ ਲੱਗਾ। ਇਧਰ ਵਾਇਰਲੈਸ ਤੋਂ ਫਾਰਗ ਹੋ ਕੇ ਸੂਬੇਦਾਰ ਹਿੰਮਤ ਖਾਂ ਨੇ ਕੁਝ ਚਿਰ ਨਕਸ਼ੇ ਦੀ ਸਟੱਡੀ ਕੀਤੀ, ਫਿਰ ਉੱਠਿਆ ਤੇ ਸਿਗਰਟ ਦੀ ਡੱਬੀ ਦਾ ਢੱਕਣ ਖੋਲ ਕੇ ਬਸ਼ੀਰ ਨੂੰ ਦਿੱਤਾ। ਬਸ਼ੀਰ, ਲਿਖ ਇਸ ਉੱਤੇ ਗੁਰਮੁਖੀ ਵਿੱਚ, ਕੀੜਿਆਂ ਮਕੌੜਿਆਂ ਵਿੱਚ। ਬਸ਼ੀਰ ਨੇ ਸਿਗਰਟ ਦੀ ਡੱਬੀ ਦਾ ਗੱਤਾ ਲਿਆ ਤੇ ਪੁੱਛਿਆ, ਕੀ ਲਿਖਾਂ ਸੂਬੇਦਾਰ ਸਾਹਿਬ? ਸੂਬੇਦਾਰ ਨੇ ਮੁੱਛਾਂ ਨੂੰ ਮਰੋੜੇ ਦੇ ਕੇ ਸੋਚਣਾ ਸ਼ੁਰੂ ਕੀਤਾ। ਲਿਖ ਦੇ, ਬਸ ਲਿਖ ਦੇ। ਇਹ ਕਹਿ ਕੇ ਉਹਨੇ ਜੇਬ ਚੋਂ ਪੈਨਸਲ ਕੱਢ ਕੇ ਬਸ਼ੀਰ ਨੂੰ ਦਿੱਤੀ। ਕੀ ਲਿਖਣਾ ਚਾਹੀਦਾ ਹੈ? ਬਸ਼ੀਰ ਪੈਨਸਲ ਦੇ ਮੂੰਹ ਨੂੰ ਬੁੱਲ ਨਾਲ ਲਾ ਕੇ ਸੋਚਣ ਲੱਗਾ। ਫਿਰ ਇੱਕਦਮ ਬੋਲਿਆ, ਸੱਪੜ ਸੁਣ ਸੁਣ। ਠੀਕ ਹੈ, ਚੱਪੜ ਝੁਣ ਝੁਣ ਦਾ ਜਵਾਬ ਸੱਪੜ ਸੁਣ ਸੁਣ ਹੀ ਹੋ ਸਕਦਾ ਹੈ। ਕੀ ਯਾਦ ਰੱਖਣਗੇ ਆਪਣੀ ਮਾਂ ਦੇ ਸਿੱਖੜੇ। ਬਸ਼ੀਰ ਨੇ ਪੈਨਸਲ ਸਿਗਰਟ ਦੀ ਡੱਬੀ ਤੇ ਰੱਖੀ। ਸੱਪੜ ਸੁਣ ਸੁਣ। ਹਾਂ ਲਿਖ, ਸੱਪੜ ਸੁਣ ਸੁਣ। ਇਹ ਕਹਿ ਕੇ ਸੂਬੇਦਾਰ ਨੇ ਜ਼ੋਰ ਦਾ ਠਹਾਕਾ ਮਾਰਿਆ ਤੇ ਅੱਗੇ ਲਿਖ, ਇਹ ਪਾਕਿਸਤਾਨੀ ਕੁੱਤਾ ਹੈ। ਸੂਬੇਦਾਰ ਨੇ ਗੱਤਾ ਬਸ਼ੀਰ ਕੋਲੋਂ ਲਿਆ, ਪੈਨਸਲ ਨਾਲ ਉਸ ਵਿੱਚ ਮੋਰੀ ਕੀਤੀ ਤੇ ਰੱਸੀ ਵਿੱਚ ਪਰੋ ਕੇ ਕੁੱਤੇ ਵੱਲ ਵਧਿਆ। ਲੈ ਜਾ ਆਪਣੀ ਔਲਾਦ ਦੇ ਕੋਲ। ਇਹ ਸੁਣ ਕੇ ਸਾਰੇ ਜਵਾਨ ਹੱਸ ਪਏ। ਸੂਬੇਦਾਰ ਨੇ ਕੁੱਤੇ ਦੀ ਗਰਦਨ ਵਿੱਚ ਰੱਸੀ ਬੰਨ੍ਹ ਦਿੱਤੀ। ਇਸ ਤੋਂ ਮਗਰੋਂ ਸੂਬੇਦਾਰ ਨੇ ਉਹਨੂੰ ਕੁਝ ਖਾਣ ਲਈ ਦਿੱਤਾ
ਤੇ ਫਿਰ ਉਪਦੇਸ਼ਕ ਦੇ ਅੰਦਾਜ਼ 'ਚ ਕਿਹਾ, ਵੇਖ ਦੋਸਤ, ਗੱਦਾਰੀ ਨਾ ਕਰੀ, ਯਾਦ ਰੱਖੀ ਗੱਦਾਰੀ ਦੀ ਸਜ਼ਾ ਮੌਤ ਹੁੰਦੀ ਹੈ। ਕੁੱਤਾ ਪੂਛਲ ਹਿਲਾਉਂਦਾ ਰਿਹਾ। ਜਦੋਂ ਉਹ ਚੰਗੀ ਤਰ੍ਹਾਂ ਖਾ ਚੁੱਕਿਆ ਤਾਂ ਸੂਬੇਦਾਰ ਹਿੰਮਤ ਖਾਨ ਨੇ ਰੱਸੀ ਤੋਂ ਫੜ ਕੇ ਉਸ ਦਾ ਮੂੰਹ ਪਹਾੜੀ ਦੀ ਇੱਕੋ ਇੱਕ ਡੰਡੀ ਵੱਲ ਫੇਰਿਆ ਤੇ ਕਿਹਾ, ਜਾ ਸਾਡਾ ਖਤ ਦੁਸ਼ਮਣਾਂ ਤੱਕ ਪਹੁੰਚਾ ਦੇ, ਪਰ ਵੇਖ ਵਾਪਸ ਆ ਜਾਈਂ, ਇਹ ਤੇਰੇ ਅਫਸਰ ਦਾ ਹੁਕਮ ਹੈ, ਸਮਝਿਆ। ਕੁੱਤੇ ਨੇ ਆਪਣੀ ਪੂਛਲ ਹਿਲਾਈ ਤੇ ਹੌਲੀ ਹੌਲੀ ਡੰਡੀ ਤੇ ਤੁਰ ਪਿਆ ਜੋ ਵਲ ਖਾਂਦੀ ਪਹਾੜੀ ਦੇ ਨਾਲ ਨਾਲ ਘਾਟੀ ਵੱਲ ਜਾਂਦੀ ਸੀ। ਸੂਬੇਦਾਰ ਹਿੰਮਤ ਖਾਨ ਨੇ ਆਪਣੀ ਬੰਦੂਕ ਚੁੱਕੀ ਤੇ ਹਵਾ ਵਿੱਚ ਇੱਕ ਫਾਇਰ ਕਰ ਦਿੱਤਾ। ਫਾਇਰ ਦੀ ਆਵਾਜ਼ ਤੇ ਉਸਦੀ ਗੂੰਜ ਦੂਜੇ ਪਾਸੇ ਭਾਰਤੀਆਂ ਦੇ ਮੋਰਚੇ ਵਿੱਚ ਸੁਣੀ ਗਈ। ਇਸ ਦਾ ਮਤਲਬ ਉਹਨਾਂ ਦੀ ਸਮਝ 'ਚ ਨਾ ਆਇਆ। ਜਮਾਦਾਰ ਹਰਨਾਮ ਸਿੰਘ ਪਤਾ ਨਹੀਂ ਕਿਹੜੀ ਗੱਲੋਂ ਚਿੜਚਿੜਾ ਹੋਇਆ ਬੈਠਾ ਸੀ। ਇਹ ਆਵਾਜ਼ ਸੁਣ ਕੇ ਹੋਰ ਵੀ ਚਿੜਚਿੜਾ ਹੋ ਗਿਆ। ਉਸਨੇ ਫਾਇਰ ਦਾ ਹੁਕਮ ਦੇ ਦਿੱਤਾ। ਅੱਧੇ ਘੰਟੇ ਤੱਕ ਦੋਹਾਂ ਮੋਰਚਿਆਂ ਵਿੱਚੋਂ ਗੋਲੀਆਂ ਚੱਲਦੀਆਂ ਰਹੀਆਂ। ਜਦੋਂ ਇਸ ਸ਼ੁਗਲ ਤੋਂ ਉਕਤਾ ਗਿਆ ਤੇ ਜਮਾਦਾਰ ਹਰਨਾਮ ਸਿੰਘ ਨੇ ਫਾਇਰ ਬੰਦ ਕਰਾ ਦਿੱਤਾ ਤੇ ਦਾੜੀ ਵਿੱਚ ਕੰਘਾ ਕਰਨਾ ਸ਼ੁਰੂ ਕਰ ਦਿੱਤਾ। ਜਾਲੀ ਵਿੱਚ ਸਾਰੇ ਵਾਲ ਬੜੇ ਸਲੀਕੇ ਨਾਲ ਜਮਾਏ ਤੇ ਬੰਤਾ ਸਿੰਘ ਤੋਂ ਪੁੱਛਿਆ, ਓਏ ਬੰਤਾ ਸਿਆ, ਚੱਪੜ ਝੁਣ ਕਿੱਧਰ ਗਿਆ? ਬੰਤਾ ਸਿੰਘ ਨੇ ਕਿਹਾ, ਕੁੱਤੇ ਨੂੰ ਘਿਓ ਹਜ਼ਮ ਨਹੀਂ ਹੋਇਆ। ਗੰਡਾ ਸਿੰਘ ਕੋਲ ਖਲੋਤਾ ਸੀ, ਇਸ ਮੁਹਾਵਰੇ ਦਾ ਅਰਥ ਨਾ ਸਮਝ ਸਕਿਆ, ਪਰ ਅਸੀਂ ਤੇ ਉਹਨੂੰ ਘਿਓ ਦੀ ਕੋਈ ਚੀਜ਼ ਨਹੀਂ ਸਿਖਵਾਈ। ਇਹ ਸੁਣ ਕੇ ਜਮਾਦਾਰ ਹਰਨਾਮ ਸਿੰਘ ਜ਼ੋਰ ਨਾਲ ਹੱਸਿਆ, ਓਏ ਅਨਪੜਾ, ਤੇਰੇ ਨਾਲ ਗੱਲ ਕਰਨਾ ਤੇ 95 ਦਾ ਘਾਟਾ ਹੈ। ਇੰਨੀ ਦੇਰ ਨੂੰ ਉਹ ਸਿਪਾਹੀ ਜੋ ਪਹਿਰੇ ਤੇ ਖਲੋਤਾ ਸੀ ਤੇ ਦੂਰਬੀਨ ਲਾ ਕੇ ਇੱਧਰ ਉੱਧਰ ਵੇਖ ਰਿਹਾ ਸੀ, ਇੱਕਦਮ ਬੋਲਿਆ, ਉਹ ਆ ਰਿਹਾ ਹੈ। ਜਮਾਦਾਰ ਹਰਨਾਮ ਸਿੰਘ ਨੇ ਪੁੱਛਿਆ, ਕੌਣ? ਪਹਿਰੇ ਵਾਲੇ ਸਿਪਾਹੀ ਨੇ ਕਿਹਾ, ਕੀ ਨਾਂ ਸੀ ਉਹਦਾ? ਉਹ ਚੱਪੜ ਝੁਣ ਚੱਪੜ ਝੁਣ। ਇਹ ਕਹਿ ਕੇ ਹਰਨਾਮ ਸਿੰਘ ਉੱਠਿਆ। ਕੀ ਕਰ ਰਿਹਾ? ਪਹਿਰੇ ਵਾਲੇ ਸਿਪਾਹੀ ਨੇ ਕਿਹਾ, ਆ ਰਿਹਾ। ਜਮਾਦਾਰ ਹਰਨਾਮ ਸਿੰਘ ਨੇ ਉਹਦੇ ਹੱਥੋਂ ਦੂਰਬੀਨ ਲੈ ਲਈ ਤੇ ਵੇਖਣਾ ਸ਼ੁਰੂ ਕਰ ਦਿੱਤਾ। ਇੱਧਰ ਹੀ ਆ ਰਿਹਾ ਹੈ। ਰੱਸੀ ਬੱਧੀ ਹੋਈ ਹੈ ਗਲ ਵਿੱਚ, ਪਰ ਇਹ ਤਾਂ ਉਧਰੋਂ ਆ ਰਿਹਾ ਹੈ, ਦੁਸ਼ਮਣ ਦੇ ਮੋਰਚੇ ਤੋਂ ਆ ਰਿਹਾ ਹੈ। ਇਹ ਕਹਿ ਕੇ ਉਸਨੇ ਕੁੱਤੇ ਨੂੰ ਮਾਂ ਦੀ ਬਹੁਤ ਵੱਡੀ ਗਾਲ ਕੱਢੀ। ਉਹਨੇ ਬੰਦੂਕ ਚੁੱਕੀ ਤੇ ਨਿਸ਼ਾਨਾ ਬੰਨ ਕੇ ਫਾਇਰ ਕਰ ਦਿੱਤਾ। ਨਿਸ਼ਾਨਾ ਉੱਕ ਗਿਆ। ਗੋਲੀ ਕੁੱਤੇ ਦੇ ਕੁਝ ਵਿੱਥ ਤੇ ਇੱਕ ਪੱਥਰ ਤੇ ਲੱਗੀ। ਕੁੱਤਾ ਸਹਿਮ ਕੇ ਰੁਕ ਗਿਆ। ਦੂਜੇ ਮੋਰਚੇ ਵਿੱਚੋਂ ਸੂਬੇਦਾਰ ਹਿੰਮਤ ਖਾਨ ਨੇ ਦੂਰਬੀਨ ਲਾ ਕੇ ਵੇਖਿਆ ਕਿ ਕੁੱਤਾ ਪਗਡੰਡੀ ਤੇ ਖਲੋਤਾ ਹੈ। ਇੱਕ ਹੋਰ ਫਾਇਰ ਹੋਇਆ ਤੇ ਉਹ ਦੁਮ ਦਬਾ ਕੇ ਉਲਟੇ ਪਾਸੇ ਵੱਲ ਭੱਜਿਆ ਸੂਬੇਦਾਰ ਹਿੰਮਤ ਖਾਨ ਦੇ ਮੋਰਚੇ ਵੱਲ। ਸੂਬੇਦਾਰ ਨੇ ਉੱਚੀ ਸਾਰੀ ਕਿਹਾ, ਬਹਾਦਰ ਡਰਿਆ ਨਹੀਂ ਕਰਦੇ, ਚੱਲ ਵਾਪਸ। ਤੇ ਉਹਨੇ ਡਰਾਉਣ ਲਈ ਇੱਕ ਫਾਇਰ ਕਰ ਦਿੱਤਾ। ਕੁੱਤਾ ਰੁਕ ਗਿਆ। ਉਧਰੋਂ ਜਮਾਦਾਰ ਹਰਨਾਮ ਸਿੰਘ ਨੇ ਬੰਦੂਕ ਚਲਾਈ। ਗੋਲੀ ਕੁੱਤੇ ਦੇ ਕੰਨ ਕੋਲੋਂ ਲੰਘ ਗਈ। ਉਹਨੇ ਟੱਪ ਕੇ ਜ਼ੋਰ ਨਾਲ ਦੋਵੇਂ ਕੰਨ ਛਿਣਕੇ। ਉਧਰੋਂ ਸੂਬੇਦਾਰ ਹਿੰਮਤ ਖਾਨ ਨੇ ਦੂਸਰਾ ਫਾਇਰ ਕੀਤਾ ਜੋ ਉਹਦੇ ਅਗਲੇ ਪੰਜਿਆਂ ਦੇ ਕੋਲ ਪੱਥਰਾਂ ਵਿੱਚ ਲੱਗਾ। ਬੁਖਲਾ ਕੇ ਉਹ ਕਦੀ ਇੱਧਰ ਭੱਜਿਆ ਕਦੀ ਉੱਧਰ। ਉਸ ਦੀ ਇਸ ਬੁਖਲਾਹਟ ਚੋਂ ਹਿੰਮਤ ਖਾਨ ਤੇ ਹਰਨਾਮ ਸਿੰਘ ਬੜੇ ਖੁਸ਼ ਹੋਏ ਤੇ ਉੱਚੀ ਉੱਚੀ ਹੱਸਦੇ ਰਹੇ। ਕੁੱਤੇ ਨੇ ਜਮਾਦਾਰ ਹਰਨਾਮ ਸਿੰਘ ਦੇ ਮੋਰਚੇ ਵੱਲ ਭੱਜਣਾ ਸ਼ੁਰੂ ਕੀਤਾ। ਉਹਨੇ ਇਹ ਵੇਖ ਕੇ ਬੜੇ ਤਾਅ ਵਿੱਚ ਆ ਕੇ ਮੋਟੀ ਸਾਰੀ ਗਾਲ ਕੱਢੀ ਤੇ ਨਿਸ਼ਾਨਾ ਬੰਨ ਕੇ ਫਾਇਰ ਕੀਤਾ। ਗੋਲੀ ਕੁੱਤੇ ਦੀ ਲੱਤ ਵਿੱਚ ਵੱਜੀ। ਚੀਕ ਮਾਰ ਕੇ ਉਹਨੇ ਆਪਣਾ ਰੁਖ ਬਦਲਿਆ। ਲੰਘਾਂਦਾ ਉਹ ਸੂਬੇਦਾਰ ਹਿੰਮਤ ਖਾਨ ਦੇ ਮੋਰਚੇ ਵੱਲ ਭੱਜਣ ਲੱਗਾ ਤੇ ਉਧਰੋਂ ਵੀ ਫਾਇਰ ਹੋਇਆ, ਪਰ ਉਹ ਡਰਾਉਣ ਲਈ ਕੀਤਾ ਗਿਆ ਸੀ। ਹਿੰਮਤ ਖਾਨ
ਫਾਇਰ ਕਰਕੇ ਉੱਚੀ ਸਾਰੇ ਬੋਲਿਆ, ਬਹਾਦਰ ਪਰਵਾਹ ਨਹੀਂ ਕਰਦੇ ਜ਼ਖਮਾਂ ਦੀ, ਖੇਡ ਜਾ ਆਪਣੀ ਜਾਨ ਤੇ, ਜਾ ਜਾ। ਕੁੱਤਾ ਫਾਇਰ ਤੋਂ ਘਬਰਾ ਕੇ ਮੁੜਿਆ। ਇੱਕ ਲੱਤ ਉਹਦੀ ਉੱਕਾ ਹੀ ਬੇਕਾਰ ਹੋ ਗਈ ਸੀ। 3 ਲੱਤਾਂ ਦੀ ਮਦਦ ਨਾਲ ਉਹਨੇ ਆਪਣੇ ਆਪ ਨੂੰ ਕੁਝ ਕਦਮ ਦੂਸਰੇ ਪਾਸੇ ਵੱਲ ਘਸੀਟਿਆ ਕਿ ਜਮਾਦਾਰ ਹਰਨਾਮ ਸਿੰਘ ਨੇ ਨਿਸ਼ਾਨਾ ਬੰਨ ਕੇ ਗੋਲੀ ਚਲਾਈ, ਜਿਸ ਨਾਲ ਉਹ ਉੱਥੇ ਹੀ ਢੇਰੀ ਹੋ ਗਿਆ। ਸੂਬੇਦਾਰ ਹਿੰਮਤ ਖਾਨ ਨੇ ਦੁੱਖ ਨਾਲ ਕਿਹਾ, ਸ਼ਹੀਦ ਹੋ ਗਿਆ ਵਿਚਾਰਾ। ਜਮਾਦਾਰ ਹਰਨਾਮ ਸਿੰਘ ਨੇ ਬੰਦੂਕ ਦੀ ਗਰਮ ਨਾਲੀ ਆਪਣੇ ਹੱਥ 'ਚ ਲਈ ਤੇ ਕਿਹਾ, ਉਹੀ ਮੌਤ ਮੋਇਆ ਜੋ ਕੁੱਤੇ ਦੀ ਹੁੰਦੀ ਹੈ। ਇਹ ਸੀ ਟੇਟਵਾਲ ਦਾ ਕੁੱਤਾ ਸਾਦਤ ਹਸਨ ਮੰਟੋ ਦੀ ਕਹਾਣੀ। Thank you for listening to another Red FM podcast. Don't forget to hit subscribe and check out our Red FM Canada YouTube channel. For further info, log on to our Red FM social media platforms or visit redfm.ca.